ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਕੈਨੇਡਾ ਤੋਂ ਹਫ਼ਤਾ ਭਰ ਜਿਹੜੀਆਂ ਖਾਸ ਖਬਰਾਂ ਸਾਹਮਣੇ ਆਈਆਂ ਨੇ। ਨਜ਼ਰ ਮਾਰਦੇ ਆ ਇਹਨਾਂ ਖਬਰਾਂ ਉੱਪਰ। ਕੈਨੇਡਾ ਵਿੱਚ ਕੌਣ ਨਹੀਂ ਖਰੀਦ ਸਕਣਗੇ ਘਰ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਰ ਖਰੀਦਣ ਦੇ ਵਿੱਚ ਮਿਲੀ ਛੋਟ। ਕੈਨੇਡਾ ਵਾਸਤੇ ਈ-ਵੀਜ਼ਾ ਬਹਾਲ, ਹੁਣ ਭਾਰਤ ਆਉਣਾ ਹੋਇਆ ਸੌਖਾ। 4 ਮਿਲੀਅਨ ਤੋਂ ਵੱਧ ਫਾਈਲਾਂ ਤੇ IRCC ਵੱਲੋਂ ਫੈਸਲਾ, TR ਦੀਆਂ ਫਾਈਲਾਂ ਤੇ ਵੀ ਲੱਗੀ ਮੋਹਰ। 8 ਲੜਕੀਆਂ ਵੱਲੋਂ ਵਿਅਕਤੀ ਦਾ ਕਤਲ, ਪੁਲਿਸ ਨੇ ਕੀਤੀ ਕਾਰਵਾਈ, ਲਗਾਈ ਚਾਰਜ। ਕੈਨੇਡਾ ਵਿੱਚ ਘਰ ਖਰੀਦਣ ਵਾਲਿਆਂ ਦੇ ਉੱਪਰ ਰੋਕ ਲਗਾਈ ਗਈ। ਸਰਕਾਰ ਵੱਲੋਂ ਬਜਟ ਦੇ ਵਿੱਚ ਵੀ ਐਲਾਨ ਕਰਦਿਆਂ ਦੱਸਿਆ ਗਿਆ ਕਿ ਕੌਣ ਘਰ ਨਹੀਂ ਖਰੀਦ ਸਕਣਗੇ, ਪਰ ਇਸ ਸੰਬੰਧੀ ਉਹਨਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਤੇ ਕੁਝ ਵਰਕਰਸ ਵੀ ਰਾਹਤ ਲੈ ਸਕਦੇ ਨੇ। ਕੈਨੇਡਾ ਤੋਂ ਘਰ ਖਰੀਦਣ ਵਾਲਿਆਂ ਦੀ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਛੋਟ ਮਿਲੀ ਹੈ। ਦਰਅਸਲ ਕੈਨੇਡਾ ਵਿੱਚ ਵਿਦੇਸ਼ੀਆਂ ਦੇ ਘਰ ਖਰੀਦਣ ਦੀ ਪਾਬੰਦੀ ਤੋਂ ਕਈ ਵਰਕਰ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਛੋਟ ਦਿੱਤੀ ਗਈ ਹੈ। ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ਵਿੱਚ ਘਰ ਖਰੀਦਣ ਤੇ ਪਾਬੰਦੀ ਲਾਗੂ ਹੋਣ ਦੇ ਕੁਝ ਦਿਨ ਪਹਿਲਾਂ ਫੈਡਰਲ ਸਰਕਾਰ ਨੇ ਇਸ ਨਿਯਮ ਵਿੱਚ ਛੋਟ ਦਾ ਐਲਾਨ ਕੀਤਾ, ਜਿਸ ਵਿੱਚ ਕੈਨੇਡਾ ਅੰਦਰ ਲੰਬੇ ਸਮੇਂ ਤੋਂ ਰਹਿਣ ਦੀਆਂ ਯੋਜਨਾਵਾਂ ਵਾਲੇ ਬਹੁਤ ਸਾਰੇ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਨੇ। 1 ਜਨਵਰੀ ਤੋਂ ਗੈਰ ਕੈਨੇਡੀਅਨਸ ਉੱਪਰ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਤੇ 2 ਸਾਲ ਵਾਸਤੇ ਪਾਬੰਦੀ ਹੋਵੇਗੀ। ਫੈਡਰਲ ਸਰਕਾਰ ਨੇ ਅਪ੍ਰੈਲ ਬਜਟ ਵਿੱਚ ਇਸ ਪਾਬੰਦੀ ਦਾ ਐਲਾਨ ਕੀਤਾ ਸੀ। ਸਰਕਾਰ ਮੁਤਾਬਕ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਉਪਾਅ ਕੀਤਾ ਗਿਆ ਸੀ ਤਾਂ ਕਿ ਕੈਨੇਡੀਅਨਸ ਵਾਸਤੇ ਘਰ ਖਰੀਦਣਾ ਸੌਖਾ ਹੋ ਸਕੇ। ਪਰ ਇਹ ਪਾਬੰਦੀ ਕਿਸ-ਕਿਸ ਤੇ ਲਾਗੂ ਹੋਣੀ ਹੈ ਤੇ ਕਿਸ-ਕਿਸ ਨੂੰ ਇਸ ਤੋਂ ਛੋਟ ਹੈ, ਇਸ ਦੇ ਵੇਰਵੇ ਜਾਰੀ ਕੀਤੇ ਗਏ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹਨਾਂ ਨੂੰ ਰਾਹਤ ਮਿਲੇਗੀ। ਹੁਣ ਜਿਨ੍ਹਾਂ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ, ਉਹਨਾਂ ਵਿੱਚ ਜਿਹੜੇ ਸ਼ਾਮਿਲ ਨੇ ਉਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ। ਕੈਨੇਡੀਅਨ ਨਾਗਰਿਕ ਅਤੇ PR, ਅੰਤਰਰਾਸ਼ਟਰੀ ਵਿਦਿਆਰਥੀ ਜੋ ਕੁਝ ਖਾਸ ਸ਼ਰਤਾਂ ਨੂੰ ਪੂਰਾ ਕਰਦੇ ਹੋਣ, ਜਿਸ ਵਿੱਚ ਪਿਛਲੇ 5 ਸਾਲਾਂ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਬਿਤਾਉਣਾ ਸ਼ਾਮਿਲ ਹੈ। ਉਹ 5 ਲੱਖ ਤੋਂ ਵੱਧ ਦੀ ਜਾਇਦਾਦ ਖਰੀਦਣ ਦੇ ਯੋਗ ਨਹੀਂ ਹੋਣਗੇ। ਉਹ ਕਾਮੇ ਜਿਨ੍ਹਾਂ ਨੇ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ 4 ਸਾਲ ਵਿੱਚ ਘੱਟੋ-ਘੱਟ 3 ਸਾਲ ਲਈ ਕੈਨੇਡਾ ਵਿੱਚ ਕੰਮ ਕੀਤਾ ਹੋਵੇ ਤੇ ਟੈਕਸ ਰਿਟਰਨ ਫਾਈਲ ਕੀਤੀ ਹੋਵੇ। ਡਿਪਲੋਮੈਟ, ਕੌਂਸਲਰ ਸਟਾਫ ਅਤੇ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੈਂਬਰ। ਅਸਥਾਈ ਨਿਵਾਸੀ ਦਰਜੇ ਵਾਲੇ ਵਿਦੇਸ਼ੀ ਨਾਗਰਿਕ, ਜਿਸ ਵਿੱਚ ਰਿਫਿਊਜੀ ਅਤੇ ਸੰਘਰਸ਼ ਤੋਂ ਹਿਜਰਤ ਕਰਨ ਵਾਲੇ ਲੋਕ ਸ਼ਾਮਿਲ ਨੇ। ਦੱਸੀਏ ਕਿ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਨ੍ਹਾਂ ਨੇ ਕੈਨੇਡਾ ਵਿੱਚ ਲੰਬਾ ਸਮਾਂ ਬਤੀਤ ਕੀਤਾ ਹੈ ਤੇ PR ਲੈਣ ਵਾਸਤੇ ਪ੍ਰਤੱਖ ਰੂਪ ਵਿੱਚ ਜੁੜੇ ਹੋਏ ਹਨ, ਉਹਨਾਂ ਨੂੰ ਘਰ ਖਰੀਦਣ ਦੀ ਪਰਮਿਸ਼ਨ ਹੋਵੇਗੀ। ਨਹੀਂ ਤਾਂ ਉਹਨਾਂ ਨੂੰ ਘੱਟ ਰਿਹਾਇਸ਼ੀ ਆਪਸ਼ਨਸ ਕਰਕੇ ਕੈਨੇਡਾ ਵਿੱਚ ਸ਼ਾਮਿਲ ਹੋਣ ਵਾਲੀ ਵਧੇਰੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਕੈਨੇਡਾ ਨੂੰ ਇਸ ਹਫ਼ਤੇ ਭਾਰਤ ਵੱਲੋਂ ਵੱਡੀ ਰਾਹਤ ਦਿੱਤੀ ਗਈ। ਇਹ ਰਾਹਤ ਵੀਜ਼ਾ ਨਾਲ ਜੁੜੀ ਹੋਈ ਹੈ, ਜਿੱਥੇ ਮੁੜ ਤੋਂ ਈ-ਵੀਜ਼ਾ ਬਹਾਲ ਕਰ ਦਿੱਤੇ ਗਏ ਨੇ। ਹੁਣ ਜਿਨ੍ਹਾਂ ਨੇ ਵੀ ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨਾ ਹੈ, ਉਹਨਾਂ ਵਾਸਤੇ ਇਹ ਸਫ਼ਰ ਸੌਖਾ ਹੋਵੇਗਾ। ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਰਤ ਵੱਲੋਂ ਕੈਨੇਡਾ ਵਾਲਿਆਂ ਨੂੰ ਰਾਹਤ ਦਿੱਤੀ ਗਈ। ਜੀ ਹਾਂ, ਭਾਰਤ ਵੱਲੋਂ ਕੈਨੇਡਾ ਵਾਸਤੇ ਇੱਕ ਵਾਰ ਫਿਰ ਤੋਂ ਈ-ਵੀਜ਼ਾ ਸ਼ੁਰੂ ਕਰ ਦਿੱਤੇ ਗਏ ਨੇ, ਜੋ ਕਿ 20 ਦਸੰਬਰ ਭਾਵ ਕਿ ਅੱਜ ਤੋਂ ਲਾਗੂ ਹੋ ਗਏ। ਜਾਣਕਾਰੀ ਮੁਤਾਬਕ ਭਾਰਤ ਵੱਲੋਂ ਕੈਨੇਡੀਅਨਸ ਵਾਸਤੇ ਈ-ਵੀਜ਼ਾ ਸਹੂਲਤ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਕੈਨੇਡਾ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਇੱਕ ਪ੍ਰੈਸ ਰਿਲੀਜ਼ ਵਿੱਚ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਕੈਨੇਡੀਅਨ ਭਾਰਤ ਵਿੱਚ ਟੂਰਿਜ਼ਮ, ਵਪਾਰ, ਮੈਡੀਕਲ ਜਾਂ ਫਿਰ ਕਿਸੇ ਕਾਨਫਰੰਸ ਆਦਿ ਵਾਸਤੇ ਜੇਕਰ ਜਾਣਾ ਚਾਹੁੰਦੇ ਨੇ ਤਾਂ ਉਹ ਈ-ਵੀਜ਼ਾ ਅਪਲਾਈ ਕਰ ਸਕਦੇ ਹਨ। ਈ-ਵੀਜ਼ਾ ਪ੍ਰੋਗਰਾਮ ਵਿੱਚ ਬਿਨੈਕਾਰ ਘਰ ਬੈਠੇ ਆਨਲਾਈਨ ਤਰੀਕੇ ਨਾਲ ਭਾਰਤ ਦੇ ਵੀਜ਼ੇ ਵਾਸਤੇ ਅਰਜ਼ੀ ਦਿੰਦੇ ਹਨ ਤੇ ਉਹਨਾਂ ਨੂੰ ਟਰੈਵਲ ਕਰਨ ਦੇ ਲੋੜੀਂਦਾ ਡਾਕੂਮੈਂਟਸ ਈਮੇਲ ਰਾਹੀਂ ਭੇਜ ਦਿੱਤੇ ਜਾਂਦੇ ਹਨ, ਜਿਸ ਤੋਂ ਬਾਅਦ ਉਸ ਨੂੰ ਪ੍ਰਿੰਟ ਕਰਵਾ ਕੇ ਯਾਤਰਾ ਕੀਤੀ ਜਾ ਸਕਦੀ ਹੈ। ਜੇਕਰ ਬਿਨੈਕਾਰਾਂ ਕੋਲ ਕੈਨੇਡੀਅਨ ਨਾਗਰਿਕਤਾ ਹੈ, ਭਾਵੇਂ ਉਹ ਭਾਰਤ ਵਿੱਚ ਪੈਦਾ ਹੋਏ ਹੋਣ, ਉਹਨਾਂ ਨੂੰ ਵਾਪਸ ਜਾਣ ਵਾਸਤੇ ਵੀਜ਼ਾ ਲੈਣਾ ਪਵੇਗਾ, ਕਿਉਂਕਿ ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ। ਬਹੁਤ ਸਾਰੇ ਲੋਕ ਜਿਹੜੇ ਕਿ ਕੈਨੇਡਾ ਤੋਂ ਭਾਰਤ ਦਾ ਸਫ਼ਰ ਕਰਨਾ ਚਾਹੁੰਦੇ ਸਨ, ਉਹਨਾਂ ਵੱਲੋਂ ਸਮੇਂ-ਸਮੇਂ ਤੇ ਆਪਣੀ ਪਰੇਸ਼ਾਨੀ ਦੱਸੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਈ-ਵੀਜ਼ਾ ਅਜੇ ਸ਼ੁਰੂ ਨਾ ਹੋਣ ਦੇ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸੀਏ ਕਿ ਕੋਵਿਡ ਪੈਂਡੈਮਿਕ ਤੋਂ ਪਹਿਲਾਂ ਬਿਨੈਕਾਰ ਆਨਲਾਈਨ ਵੀਜ਼ਾ ਅਪਲਾਈ ਕਰ ਸਕਦੇ ਸਨ, ਪਰ ਇਸ ਪ੍ਰੋਗਰਾਮ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਵੇਂ 156 ਤੋਂ ਵੱਧ ਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਬਹਾਲ ਕਰ ਦਿੱਤਾ ਗਿਆ, ਪਰ ਕੈਨੇਡਾ ਵਾਸਤੇ ਇਸ ਨੂੰ ਬੰਦ ਰੱਖਿਆ ਗਿਆ ਸੀ। ਟਰੈਵਲ ਐਕਸਪਰਟਸ ਈ-ਵੀਜ਼ਾ ਬਹਾਲ ਕੀਤੇ ਜਾਣ ਦੀ ਲਗਾਤਾਰ ਮੰਗ ਕਰ ਰਹੇ ਸਨ। ਈ-ਵੀਜ਼ਾ ਅਪਲਾਈ ਨਾ ਹੋਣ ਦੀ ਸੂਰਤ ਵਿੱਚ ਬਿਨੈਕਾਰਾਂ ਨੂੰ BLS ਦਫ਼ਤਰ ਜਾ ਕੇ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਸੀ। ਇਨ੍ਹਾਂ ਦਫ਼ਤਰਾਂ ਅੱਗੇ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ, ਜਿੱਥੇ ਲੋਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ।
ਪਾਰਟੀ ਹਾਈ ਕਮਿਸ਼ਨ ਨੇ ਅਪੀਲ ਕੀਤੀ ਕਿ ਜਿਹੜੇ ਬਿਨੇਕਾਰ BLS ਦਫ਼ਤਰ ਜਾ ਕੇ ਅਪਲਾਈ ਕਰ ਚੁੱਕੇ ਨੇ ਉਹ ਵੀਜ਼ੇ ਦੀ ਉਡੀਕ ਕਰਨ। ਅਜਿਹੇ ਬਿਨੇਕਾਰ BLS ਦੀ ਵੈਬਸਾਈਟ ਦੇ ਉੱਪਰ ਵੀ ਆਪਣੀ ਅਰਜ਼ੀ ਵਾਪਸ ਲੈ ਸਕਦੇ ਨੇ। ਇਸ ਤੋਂ ਇਲਾਵਾ ਵੀਜ਼ੇ ਸੰਬੰਧੀ ਜਾਣਕਾਰੀ ਵੈਬਸਾਈਟ ਦੇ ਉੱਪਰ ਵੀ ਸਾਂਝੀ ਕਰ ਦਿੱਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਹਫ਼ਤੇ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 4 ਮਿਲੀਅਨ ਤੋਂ ਵੱਧ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ। ਵਿਭਾਗ ਕੋਲ ਪਹਿਲਾਂ ਦੇ ਮੁਕਾਬਲੇ ਬੈਕਲੌਗ ਦੀ ਕੀ ਸਥਿਤੀ ਬਣੀ ਹੋਈ ਹੈ, ਇਸ ਦਾ ਜ਼ਿਕਰ ਵੀ ਉਹਨਾਂ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ IRCC ਵੱਲੋਂ 4 ਮਿਲੀਅਨ ਤੋਂ ਵੱਧ ਅਰਜ਼ੀਆਂ ਉੱਪਰ ਆਪਣਾ ਫੈਸਲਾ ਸੁਣਾ ਦਿੱਤਾ ਗਿਆ। ਜੀ ਹਾਂ, ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ ਕਈ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾ ਚੁੱਕਿਆ ਹੈ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਵਾਰ ਜਿੰਨੀਆਂ ਫਾਈਲਾਂ ਪ੍ਰੋਸੈਸ ਕੀਤੀਆਂ ਗਈਆਂ ਉਹ ਅੰਕੜਾ ਪਹਿਲਾਂ ਨਾਲੋਂ ਦੁੱਗਣਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਵੱਡਾ ਐਲਾਨ ਉਸ ਵੇਲੇ ਸਾਹਮਣੇ ਆਇਆ ਜਦੋਂ IRCC ਵੱਲੋਂ ਇਹ ਟਾਰਗੇਟ ਤੈਅ ਕੀਤਾ ਗਿਆ ਕਿ ਉਹਨਾਂ ਵੱਲੋਂ ਸਾਲ 2022 ਦੇ ਆਖਿਰ ਤੱਕ 4,31,000 ਨਵੇਂ PR ਕੈਨੇਡਾ ਵਿੱਚ ਲਿਆਂਦੇ ਜਾਣਗੇ। ਸਭ ਤੋਂ ਜ਼ਿਆਦਾ ਜੋ ਟੈਂਪਰੇਰੀ ਰੈਜ਼ੀਡੈਂਸ ਦੀਆਂ ਜਾਣੀ ਕਿ TR ਕੈਟਾਗਰੀ ਦੀਆਂ ਫਾਈਲਾਂ ਨੇ ਉਹਨਾਂ ਉੱਪਰ ਫੈਸਲਾ ਸੁਣਾਇਆ ਗਿਆ। IRCC ਦੇ ਦੱਸਣ ਮੁਤਾਬਕ 7 ਲੱਖ ਵਰਕ ਪਰਮਿਟ, 6,70,000 ਸਟੱਡੀ ਪਰਮਿਟ ਉਹਨਾਂ ਵੱਲੋਂ ਸਾਲ 2022 ਦੌਰਾਨ ਜਾਰੀ ਕੀਤੇ ਗਏ ਨੇ। ਅਪ੍ਰੈਲ ਤੋਂ ਨਵੰਬਰ ਮਹੀਨੇ ਦੇ ਵਿਚਕਾਰ ਕੈਨੇਡਾ ਵੱਲੋਂ 2,51,000 ਨਵੇਂ ਸਿਟੀਜ਼ਨਸ ਦਾ ਸਵਾਗਤ ਕੀਤਾ ਗਿਆ। ਹੁਣ ਇਸ ਸਭ ਦੇ ਦੌਰਾਨ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਬੈਕਲੌਗ ਨੂੰ ਘੱਟ ਕਰਨ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। 2 ਦਸੰਬਰ ਤੱਕ ਜੋ ਅੰਕੜਾ ਜਾਰੀ ਕੀਤਾ ਗਿਆ ਉੱਥੇ ਦੱਸਿਆ ਗਿਆ ਹੈ ਕਿ ਫਾਈਲਾਂ ਦਾ ਬੈਕਲੌਗ 2.2 ਮਿਲੀਅਨ ਦਾ ਹੈ। IRCC ਵੱਲੋਂ 3 ਨਵੰਬਰ ਬਾਰੇ ਡਾਟਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਫਾਈਲਾਂ ਦਾ ਬੈਕਲੌਗ 1.9 ਮਿਲੀਅਨ ਅਰਜ਼ੀਆਂ ਦਾ ਹੈ। ਇਸ ਤੋਂ ਇਲਾਵਾ ਇਸ ਸਾਲ ਵਿਭਾਗ ਵੱਲੋਂ ਕਈ ਬਦਲਾਅ ਵੀ ਕੀਤੇ ਗਏ ਨੇ। ਇਮੀਗ੍ਰੇਸ਼ਨ ਸਿਸਟਮ ਨੂੰ ਡਿਜੀਟਲਾਈਜ਼ ਕਰਨ ਵਾਸਤੇ ਕਈ ਚੀਜ਼ਾਂ ਆਨਲਾਈਨ ਵੀ ਕਰ ਦਿੱਤੀਆਂ ਗਈਆਂ ਨੇ। IRCC ਦਾ ਕਹਿਣਾ ਹੈ ਕਿ ਲਗਾਤਾਰ ਸੁਧਾਰ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਅਤੇ ਵਿਭਾਗ ਦੇ ਦੱਸਣ ਮੁਤਾਬਕ 1,250 ਨਵੇਂ ਸਟਾਫ ਦੀ ਭਰਤੀ ਵੀ ਕੀਤੀ ਗਈ ਤਾਂ ਕਿ ਜਲਦ ਤੋਂ ਜਲਦ ਫਾਈਲਾਂ ਦੀ ਪ੍ਰੋਸੈਸਿੰਗ ਹੋ ਸਕੇ। IRCC ਦਾ ਟਾਰਗੇਟ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਫਾਈਲਾਂ ਦੇ ਉੱਪਰ ਉਹ ਆਪਣਾ ਫੈਸਲਾ ਸੁਣਾ ਦੇਣ। ਇੱਥੇ ਇਹ ਵੀ ਦੱਸ ਦਈਏ ਕਿ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਵਿੱਚ ਇਸ ਗੱਲ ਨੂੰ ਲੈ ਕੇ ਐਲਾਨ ਕੀਤਾ ਗਿਆ ਕਿ ਸਾਲ 2025 ਦੇ ਆਖਿਰ ਤੱਕ 5 ਲੱਖ ਨਵੇਂ PR ਦਾ ਸਵਾਗਤ ਕੈਨੇਡਾ ਵੱਲੋਂ ਕੀਤਾ ਜਾਣਾ ਹੈ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 8 ਲੜਕੀਆਂ ਵੱਲੋਂ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ, ਜਿਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਗਿਆ ਕਿ ਇਨ੍ਹਾਂ ਲੜਕੀਆਂ ਖਿਲਾਫ ਚਾਰਜਸ ਲਗਾਏ ਗਏ। ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ 8 ਟੀਨੇਜਰ ਲੜਕੀਆਂ ਨੂੰ ਚਾਰਜ ਕੀਤਾ ਗਿਆ। ਟੋਰਾਂਟੋ ਪੁਲਿਸ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਡਾਊਨਟਾਊਨ ਟੋਰਾਂਟੋ ਵਿੱਚ 59 ਸਾਲ ਦੇ ਇੱਕ ਵਿਅਕਤੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ 8 ਲੜਕੀਆਂ ਖਿਲਾਫ ਉਹਨਾਂ ਵੱਲੋਂ ਸੈਕੰਡ ਡਿਗਰੀ ਮਰਡਰ ਚਾਰਜਸ ਲਗਾਏ ਗਏ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਕੀ ਅਪਡੇਟ ਜਾਰੀ ਕੀਤੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। On Sunday, the 18th of December, just after midnight, emergency medical services staff were flagged down by a group of individuals who were reporting assault that had just occurred to an individual in and around the area of York and University Avenue. When emergency medical services staff commenced medical intervention, they realized that the victim had suffered what were described as stab wounds. As a result of that, that individual was transported to a nearby hospital and unfortunately succumbed to his injuries. As the investigation unfolded, it was learned very early on that the suspects involved in this were being described as 8 young females. And as a result of quick work by officers in 52 Division, these females were able to be located and apprehended and were subsequently brought to 52 Division, where they faced a charge and are facing a charge of second-degree murder in relation to the death of a now 59-year-old male who is a resident of Toronto. I cannot release his name at this point because we are still taking steps to notify members of his next of kin, but we will be releasing it at some time in the future. These 8 females range in age from 13 to 16, 3 of them being 13, 3 of them being 14, and 2 of them being 16 years of age. They have already made their first appearance in court. They are remanded into custody and will be returning again on the 29th of December for their next court appearance. We're seeking the public's assistance in trying to gather as much evidence as possible. Obviously,
We have done a video canvas as well as a canvas for witnesses in the area. What we can tell you factually right now is that we believe this group of 8 young ladies attended the area at least by 10:30 on the 17th of December. We have information to believe that this same group of 8 young women were involved in an altercation earlier before becoming involved in this altercation. So if anyone was in the area of York University, Front Street, in that general area sometime after 10 o'clock. ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਇਸ ਸਮੇਂ ਭਾਰੀ ਸਨੋ ਪਈ ਹੈ, ਜਿਸ ਤੋਂ ਬਾਅਦ ਕਈ ਲੋਕ ਘਰ ਵਿੱਚ ਬੈਠਣ ਲਈ ਮਜਬੂਰ ਹੋ ਗਏ। ਬਹੁਤੀਆਂ ਥਾਵਾਂ ਦੇ ਉੱਪਰ ਜੋ ਸਥਿਤੀ ਬਣੀ ਹੋਈ ਸੀ, ਅਧਿਕਾਰੀ ਵੀ ਲਗਾਤਾਰ ਇਸ ਬਾਰੇ ਅਪਡੇਟ ਜਾਰੀ ਕਰਦੇ ਹੋਏ ਦਿਖਾਈ ਦਿੱਤੇ। ਸਨੋ ਕਾਰਨ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਕੈਨੇਡਾ ਦੇ ਕੁਝ ਹਿੱਸਿਆਂ ਵਾਸਤੇ ਜ਼ਬਰਦਸਤ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਦੱਸਣ ਮੁਤਾਬਕ ਟੋਰਾਂਟੋ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਜ਼ਬਰਦਸਤ ਬਰਫੀਲਾ ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਵੱਲੋਂ ਯਾਤਰਾ ਦੀ ਯੋਜਨਾ ਬਣਾਈ ਗਈ ਹੈ, ਉਹ ਇਸ ਉੱਪਰ ਮੁੜ ਵਿਚਾਰ ਕਰ ਲੈਣ। ਦਰਅਸਲ ਇਨਵਾਇਰਨਮੈਂਟ ਕੈਨੇਡਾ ਵੱਲੋਂ ਆਉਂਦੇ ਕ੍ਰਿਸਮਸ ਵੀਕਐਂਡ ਤੇ ਟੋਰਾਂਟੋ ਵਿੱਚ ਜ਼ਬਰਦਸਤ ਬਰਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ। ਤੂਫਾਨ ਦੌਰਾਨ ਤੇਜ਼ ਬਾਰਿਸ਼, ਬਰਫ਼, ਹਵਾਵਾਂ ਤੇ ਬੇਹੱਦ ਠੰਡੇ ਤਾਪਮਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਨਵਾਇਰਨਮੈਂਟ ਕੈਨੇਡਾ ਨੇ ਵਿਸ਼ੇਸ਼ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਇਸ ਹੌਲੀਡੇ ਵੀਕਐਂਡ ਦੌਰਾਨ ਆਪਣੀਆਂ ਯਾਤਰਾ ਦੀਆਂ ਯੋਜਨਾਵਾਂ ਦੇ ਉੱਪਰ ਦੁਬਾਰਾ ਵਿਚਾਰ ਕੀਤੀ ਜਾਵੇ, ਕਿਉਂਕਿ ਅਜਿਹੇ ਮੌਸਮ ਵਿੱਚ ਯਾਤਰਾ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਟੋਰਾਂਟੋ ਵਿੱਚ ਵੀਰਵਾਰ ਦੇਰ ਸ਼ਾਮ ਤੋਂ ਬਰਫ਼ ਜਾਂ ਫਿਰ ਮੀਂਹ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਤੇ ਇਹ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹਿ ਸਕਦਾ ਹੈ। ਸ਼ੁੱਕਰਵਾਰ ਨੂੰ ਤਾਪਮਾਨ ਵਿੱਚ ਕਾਫੀ ਗਿਰਾਵਟ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ, ਜਿਸ ਕਾਰਨ ਫਲੈਸ਼ ਫਰੀਜ਼ ਜਾਣੀ ਕਿ ਜੰਮਣ ਵਾਲੀ ਠੰਡ ਦੇ ਹਾਲਾਤ ਪੈਦਾ ਹੋਣ ਦੀ ਕਾਫੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਭਾਰੀ ਬਰਫ਼ਬਾਰੀ ਨਾਲ ਬੇਹੱਦ ਤੇਜ਼ ਹਵਾਵਾਂ ਵੀ ਵਗਣਗੀਆਂ। ਚਾਹੇ ਅਜੇ ਹਵਾਵਾਂ ਦੀ ਰਫ਼ਤਾਰ ਅਤੇ ਕਿੰਨੀ ਮਾਤਰਾ ਵਿੱਚ ਬਰਫ਼ਬਾਰੀ ਹੋਵੇਗੀ, ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਮੌਸਮ ਵਿਭਾਗ ਨੇ ਕਿਹਾ ਕਿ ਤੂਫਾਨ ਕਾਫੀ ਖਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਮੌਸਮ ਦੇ ਅਨੁਮਾਨਾਂ ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬਿਜਲੀ ਠੱਪ ਹੋਣ ਦੀ ਵੀ ਸੰਭਾਵਨਾ ਹੈ। ਸ਼ਨੀਵਾਰ ਦੀ ਰਾਤ ਦਾ ਤਾਪਮਾਨ ਇਸ ਸਰਦੀਆਂ ਵਿੱਚ ਟੋਰਾਂਟੋ ਅੰਦਰ ਹੁਣ ਤੱਕ ਦਾ ਸਭ ਤੋਂ ਠੰਡਾ ਤਾਪਮਾਨ ਹੋ ਸਕਦਾ ਹੈ। ਲੋਕਾਂ ਨੂੰ ਇਸ ਐਮਰਜੈਂਸੀ ਯੋਜਨਾ ਬਣਾਉਣ ਅਤੇ ਪੀਣ ਵਾਲੇ ਪਾਣੀ, ਭੋਜਨ, ਦਵਾਈਆਂ, ਫਰਸਟ ਏਡ ਕਿੱਟ ਅਤੇ ਫਲੈਸ਼ ਲਾਈਟ ਸਣੇ ਇੱਕ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਅਪੀਲ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਨੇ ਟੋਰਾਂਟੋ ਅਤੇ ਇਸ ਦੇ ਨਾਲ ਲੱਗਦੇ ਇਲਾਕੇ, ਜਿਸ ਵਿੱਚ ਹਾਲਟਨ, ਪੀਲ, ਯਾਰਕ, ਡੋਰਮ, ਵਾਟਰਲੂ, ਵੈਲਿੰਗਟਨ ਅਤੇ ਕੁਝ ਖੇਤਰਾਂ ਵਾਸਤੇ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਹੈ। ਐਕਸਪ੍ਰੈਸ ਐਂਟਰੀ ਦੇ ਡਰਾਅ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਸਾਲ 2022 ਦੌਰਾਨ CRS ਸਕੋਰ ਕਿਸ ਤਰ੍ਹਾਂ ਰਿਹਾ। ਐਕਸਪ੍ਰੈਸ ਐਂਟਰੀ ਦੇ ਬਾਰੇ ਕੀ ਪੂਰੀ ਡਿਟੇਲ ਇਸ ਹਫ਼ਤੇ ਸਾਂਝੀ ਕੀਤੀ ਗਈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਐਕਸਪ੍ਰੈਸ ਐਂਟਰੀ ਦੇ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਸਾਲ 2022 ਦੌਰਾਨ ਐਕਸਪ੍ਰੈਸ ਐਂਟਰੀ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਕੀ ਰਿਹਾ। ਦੱਸੀਏ ਕਿ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ 3 ਪ੍ਰੋਗਰਾਮ ਮੈਨੇਜ ਕੀਤੇ ਜਾਂਦੇ ਨੇ: ਫੈਡਰਲ ਸਕਿਲਡ ਵਰਕਰਸ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਦੱਸੀਏ ਕਿ ਕੁਝ ਸਮੇਂ ਵਾਸਤੇ ਐਕਸਪ੍ਰੈਸ ਐਂਟਰੀ ਦੇ ਡਰਾਅ ਉੱਪਰ ਰੋਕ ਲਗਾ ਦਿੱਤੀ ਗਈ ਸੀ, ਪਰ ਇਹਨਾਂ ਦੀ ਮੁੜ ਤੋਂ ਸ਼ੁਰੂਆਤ ਕਰ ਦਿੱਤੀ ਗਈ। 6 ਜੁਲਾਈ ਨੂੰ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ, ਜਿਸ ਵਿੱਚ 1500 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਤੇ CRS ਸਕੋਰ 557 ਦੀ ਜ਼ਰੂਰਤ ਸੀ। ਸਮੇਂ-ਸਮੇਂ ਦੇ ਉੱਪਰ ਬਾਅਦ ਦੇ ਵਿੱਚ ਡਰਾਅ ਕੱਢੇ ਗਏ ਤੇ CRS ਸਕੋਰ ਹੇਠਾਂ ਆਉਂਦਾ ਰਿਹਾ। CRS ਸਕੋਰ 500 ਤੋਂ ਹੇਠਾਂ ਵੀ ਆ ਚੁੱਕਾ ਹੈ ਤੇ 4000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੌਰਾਨ CRS ਸਕੋਰ ਕੀ ਰਹਿਣ ਦੀ ਸੰਭਾਵਨਾ ਹੈ ਤੇ ਐਕਸਪ੍ਰੈਸ ਐਂਟਰੀ ਦੇ ਡਰਾਅ ਵਿੱਚ ਕਿੰਨੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦਾ ਨਵਾਂ ਲੈਵਲਸ ਪਲਾਨ ਜੋ ਸਾਂਝਾ ਕੀਤਾ ਗਿਆ, ਉਸ ਵਿੱਚ ਦੱਸਿਆ ਗਿਆ ਹੈ ਕਿ 5 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ। ਇਮੀਗ੍ਰੇਸ਼ਨ ਵਿਭਾਗ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਵੱਲੋਂ ਇਹ ਟਾਰਗੇਟ ਪੂਰਾ ਕਰ ਲਿਆ ਜਾਵੇਗਾ। ਪਹਿਲਾਂ ਵੀ ਵਿਭਾਗ ਵੱਲੋਂ ਜੋ ਟਾਰਗੇਟ ਤੈਅ ਕੀਤਾ ਗਿਆ ਸੀ, ਉਸ ਨੂੰ ਉਨ੍ਹਾਂ ਵੱਲੋਂ ਪੂਰਾ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਦੱਸਿਆ ਗਿਆ ਕਿ PR ਹਾਸਿਲ ਕਰਨ ਲਈ ਅੰਕ ਕਿਵੇਂ ਵੱਧ ਸਕਦੇ ਨੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਮੀਗ੍ਰੈਂਟਸ ਕੀ ਕਰਨ ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਰੂਰਲ ਇਲਾਕਿਆਂ ਵਿੱਚ ਜਾਣ ਵਾਲੇ ਇਮੀਗ੍ਰੈਂਟਸ ਨੂੰ ਹੁਣ ਤਰਜੀਹ ਦਿੱਤੀ ਜਾ ਰਹੀ ਹੈ। ਮੈਟਰੋ ਵੈਨਕੂਵਰ ਤੋਂ ਬਾਹਰਲੇ ਬਿਨੇਕਾਰਾਂ ਨੂੰ ਪੜ੍ਹਾਈ ਅਤੇ ਤਜਰਬੇ ਵਾਸਤੇ ਵੱਧ ਅੰਕ ਦਿੱਤੇ ਜਾਣਗੇ।
ਜੀ ਹਾਂ, ਇਮੀਗ੍ਰੈਂਟਸ ਨੂੰ ਪੇਂਡੂ ਇਲਾਕਿਆਂ ਵਿੱਚ ਆਕਰਸ਼ਿਤ ਕਰਨ ਵਾਸਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਖਾਸ ਕਦਮ ਚੁੱਕਿਆ ਗਿਆ, ਜਿਹਦੇ ਪ੍ਰੋਵਿੰਸ ਵੱਲੋਂ ਆਪਣੇ PNP ਵਿੱਚ ਕੁਝ ਬਦਲਾਵ ਕੀਤੇ ਗਏ ਹਨ। ਨਵੇਂ ਨਿਯਮਾਂ ਮੁਤਾਬਕ ਜਿਹੜੇ ਬਿਨੇਕਾਰਾਂ ਨੇ ਮੈਟਰੋ ਵੈਨਕੂਵਰ ਇਲਾਕੇ ਤੋਂ ਬਾਹਰ ਪੜ੍ਹਾਈ ਜਾਂ ਫਿਰ ਐਕਸਪੀਰੀਅੰਸ ਹਾਸਲ ਕੀਤਾ ਹੋਵੇ, ਉਹਨਾਂ ਨੂੰ ਆਪਣੀ PR ਅਰਜ਼ੀ ਵਾਸਤੇ ਵੱਧ ਅੰਕ ਮਿਲਣਗੇ। ਇਸ ਨਾਲ ਵੈਨਕੂਵਰ ਇਲਾਕੇ ਵਿੱਚ ਰਹਿ ਰਹੇ TR ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਹੱਥ ਨਿਰਾਸ਼ਾ ਲੱਗੀ ਹੈ। ਹੁਣ ਇਸ ਬਾਰੇ ਮਾਹਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੇ ਹੋਰਨਾਂ ਹਿੱਸਿਆਂ ਵਿੱਚ ਆਬਾਦੀ ਵੱਧ ਕਰਨ ਦੇ ਇਰਾਦੇ ਨਾਲ ਅੰਕ ਪ੍ਰਣਾਲੀ ਵਿੱਚ ਬਦਲਾਵ ਕੀਤੇ ਗਏ ਹਨ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਮੈਟਰੋ ਵੈਨਕੂਵਰ ਇਲਾਕੇ ਤੋਂ ਬਾਹਰ ਅਜਿਹੇ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਜਿਨ੍ਹਾਂ ਵਿੱਚ ਕੋਰਸ ਕਰ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕਰ ਸਕਣਗੇ, ਇਹਨਾਂ ਦੀ ਥੋੜੀ ਗਿਣਤੀ ਹੋਣਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਚੁਣੌਤੀ ਬਣ ਸਕਦੀ ਹੈ। ਸਰਕਾਰੀ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਗਈ, ਜਿਸ ਮੁਤਾਬਕ ਪ੍ਰੋਵਿੰਸ ਵਿੱਚ ਕੁੱਲ 278 ਇੰਸਟੀਚਿਊਟਸ ਵਿੱਚੋਂ 63 ਵਿੱਚ ਅਜਿਹੇ ਕੋਰਸ ਹਨ ਜਿਨ੍ਹਾਂ ਰਾਹੀਂ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ। ਇਨ੍ਹਾਂ ਵਿੱਚੋਂ ਬਹੁਤੇ ਇੰਸਟੀਚਿਊਟਸ ਮੈਟਰੋ ਵੈਨਕੂਵਰ ਇਲਾਕੇ ਵਿੱਚ ਸਥਿਤ ਹਨ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਸੂਬਾ ਅਜਿਹਾ ਇਕਲੌਤਾ ਸੂਬਾ ਨਹੀਂ ਹੈ ਜੋ ਕਿ ਰੂਰਲ ਇਲਾਕਿਆਂ ਦੇ ਬਿਨੇਕਾਰਾਂ ਨੂੰ PR ਦੀ ਅਰਜ਼ੀ ਵਾਸਤੇ ਵੱਧ ਅੰਕ ਦੇ ਰਿਹਾ ਹੋਵੇ। ਓਨਟਾਰੀਓ ਵਿੱਚ ਵੀ GTA ਤੋਂ ਬਾਹਰ ਸਿੱਖਿਆ ਪ੍ਰਾਪਤ ਅਤੇ ਤਜਰਬਾ ਰੱਖਣ ਵਾਲੇ ਬਿਨੇਕਾਰਾਂ ਨੂੰ ਆਪਣੀ PR ਅਰਜ਼ੀ ਵਿੱਚ ਵੱਧ ਅੰਕ ਦਿੱਤੇ ਜਾਂਦੇ ਹਨ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਕਿ ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ PNP ਤਹਿਤ ਕਿਹੜੇ ਬਦਲਾਵ ਕੀਤੇ ਜਾ ਰਹੇ ਨੇ ਤੇ ਇਸ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਦੇ ਉੱਪਰ ਉਂਗਲ ਉੱਠੀ। ਜਗਮੀਤ ਸਿੰਘ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ। ਜਗਮੀਤ ਸਿੰਘ ਨੇ ਇਸ ਹਫ਼ਤੇ ਹੈਲਥ ਕੇਅਰ ਦਾ ਮੁੱਦਾ ਚੁੱਕਿਆ ਤੇ ਉਹਨਾਂ ਨੇ ਸਰਕਾਰ ਕੋਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਹਨ। ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਗਿਆ ਤੇ ਉਹਨਾਂ ਦੀ ਸਰਕਾਰ ਦੇ ਉੱਪਰ ਕਈ ਸਵਾਲ ਖੜੇ ਕੀਤੇ ਗਏ ਨੇ। ਇਸ ਸਮੇਂ ਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਨੇ, ਇਹ ਮੁੱਦਾ ਜਗਮੀਤ ਸਿੰਘ ਵੱਲੋਂ ਚੁੱਕਿਆ ਗਿਆ। NDP ਲੀਡਰ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵਾਰ ਫਿਰ ਤੋਂ ਆਪਣੀ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕਾਫੀ ਜ਼ਿਆਦਾ ਹੈਲਥ ਕੇਅਰ ਕ੍ਰਾਈਸਿਸ ਹੈ। ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਇਸ ਸਮੇਂ ਸਹੀ ਕਦਮ ਚੁੱਕੇ, ਜੋ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਉਹਨਾਂ ਨੂੰ ਪੂਰਾ ਕੀਤਾ ਜਾਵੇ। ਇਸ ਬਾਰੇ ਜਗਮੀਤ ਸਿੰਘ ਕਹਿੰਦੇ ਨੇ ਕਿ ਇਹ ਵੇਲਾ ਹੈ ਕਿ ਅਸੀਂ ਕੰਮ ਦੇ ਉੱਪਰ ਜਾਈਏ। ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਹੋਰ ਵੀ ਜ਼ਿਆਦਾ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਟ੍ਰੇਨ ਕੀਤਾ ਜਾਵੇ ਤੇ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾਵੇ। ਜਗਮੀਤ ਸਿੰਘ ਦਾ ਇਸ ਸਭ ਬਾਰੇ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Stories I hear about children's hospitals are heartbreaking. Kids struggling to breathe for hours in overcrowded emergency rooms. Cancelled surgeries and treatment, leading to more pain and suffering. Nurses and doctors and healthcare workers are burning out because they cannot give these kids the care they need. This is a national emergency. For years, Prime Minister Trudeau has said the right words, but now he won't even meet with the premiers. He made a number of promises in the election to pay long-term care workers more, to fund mental health care, to bring down wait lists, and to make sure you could find a family doctor. But all those promises were just words with no action. It's time for all politicians to stop blaming each other and get to work. As Prime Minister, I would immediately meet with premiers to focus on getting more doctors, nurses, and healthcare workers into our hospitals. I would do that by urgently getting healthcare professionals trained in other countries ready to work here, increasing training spaces for people who want to work in healthcare, and by respecting our healthcare workers with better pay and working conditions. Children are literally dying. They deserve action, not more empty promises from the Prime Minister. ਭਵਿੱਖ ਵਾਸਤੇ ਵੱਡਾ ਸਮਝੌਤਾ ਕੀਤਾ ਗਿਆ, ਜਿੱਥੇ 196 ਦੇ ਕਰੀਬ ਦੇਸ਼ਾਂ ਨੇ ਫੈਸਲਾ ਲਿਆ। ਇਸ ਨਾਲ ਭਵਿੱਖ ਵਿੱਚ ਕਾਫੀ ਚੀਜ਼ਾਂ ਬਚਾਈਆਂ ਜਾਣੀਆਂ ਨੇ, ਜਿਸ ਬਾਰੇ ਦੇਸ਼ ਵੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਮੌਂਟਰੀਅਲ ਵਿੱਚ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਦੌਰਾਨ ਇੱਕ ਇਤਿਹਾਸਕ ਸਮਝੌਤਾ ਹੋਇਆ। ਇਹ ਸਮਝੌਤਾ ਬਾਇਓਡਾਇਵਰਸਿਟੀ ਕਾਨਫਰੰਸ ਦੌਰਾਨ ਮੌਂਟਰੀਅਲ ਵਿੱਚ ਹੋਇਆ, ਜਿੱਥੇ ਕੁਦਰਤ ਨਾਲ ਹੋ ਰਹੇ ਨੁਕਸਾਨ ਨੂੰ ਰੋਕਣ ਵਾਸਤੇ ਇੱਕ ਕਦਮ ਚੁੱਕਿਆ ਗਿਆ ਹੈ। ਇਸ ਬਾਇਓਡਾਇਵਰਸਿਟੀ ਸਿਖਰ ਸੰਮੇਲਨ ਵਿੱਚ ਕਈ ਦੇਸ਼ਾਂ ਨੇ ਹਿੱਸਾ ਲਿਆ। ਇਸ ਵਿੱਚ ਸ਼ਾਮਿਲ ਦੇਸ਼ਾਂ ਨੇ 4 ਟੀਚਿਆਂ ਅਤੇ 23 ਟਾਰਗੇਟਸ ਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ। ਇਹਨਾਂ ਟਾਰਗੇਟਸ ਵਿੱਚ ਸਾਲ 2030 ਤੱਕ ਦੁਨੀਆ ਦੇ 30% ਜ਼ਮੀਨ, ਪਾਣੀ ਤੇ ਸਮੁੰਦਰੀ ਖੇਤਰ ਦੀ ਰੱਖਿਆ ਕਰਨਾ ਤੇ ਨਾਲ ਹੀ ਸਾਲ 2030 ਵਿੱਚ ਸਾਰੇ ਪਬਲਿਕ ਤੇ ਪ੍ਰਾਈਵੇਟ
ਸਰੋਤਾਂ ਤੋਂ ਘਰੇਲੂ ਤੇ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਵਾਸਤੇ ਹਰ ਸਾਲ ਘੱਟੋ-ਘੱਟ $200 ਬਿਲੀਅਨ ਫੰਡਿੰਗ ਜੁਟਾਉਣਾ ਸ਼ਾਮਿਲ ਹੈ। ਇਸ ਦੇ ਨਾਲ ਹੀ ਕੁਦਰਤ ਵਾਸਤੇ ਨੁਕਸਾਨ ਦੀ ਸਬਸਿਡੀਆਂ ਨੂੰ ਸਾਲ 2030 ਤੱਕ ਘੱਟੋ-ਘੱਟ $500 ਬਿਲੀਅਨ ਘੱਟ ਕਰਨ ਦਾ ਟਾਰਗੇਟ ਰੱਖਿਆ ਗਿਆ। ਇਸ ਤੋਂ ਇਲਾਵਾ ਡਿਵੈਲਪਡ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਵਾਸਤੇ 2025 ਤੱਕ ਹਰ ਸਾਲ ਘੱਟੋ-ਘੱਟ $20 ਬਿਲੀਅਨ ਅਤੇ 2030 ਤੱਕ ਹਰ ਸਾਲ $30 ਬਿਲੀਅਨ ਦੇਣ ਵਾਸਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਇਸ ਦਾ ਨਾਮ ਕੁਨਮਿੰਗ ਮੌਂਟਰੀਅਲ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ ਰੱਖਿਆ ਗਿਆ ਸੀ। ਸੰਮੇਲਨ ਵਿੱਚ 196 ਦੇਸ਼ਾਂ ਵਿਚਾਲੇ ਲਗਭਗ 2 ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ ਅੰਤਿਮ ਸਮਝੌਤਾ ਹੋਇਆ ਹੈ। ਇਹ ਦੇਸ਼ ਕੁਦਰਤੀ ਮਨੁੱਖੀ ਵਿਨਾਸ਼ ਨੂੰ ਰੋਕਣ ਅਤੇ ਨੁਕਸਾਨ ਦੇ ਹੋਣ ਤੋਂ ਬਚਾਉਣ ਵਾਸਤੇ ਕਦਮ ਚੁੱਕਣਗੇ। ਸੰਯੁਕਤ ਰਾਸ਼ਟਰ ਦਾ ਇਸ ਬਾਰੇ ਕਹਿਣਾ ਹੈ ਕਿ ਮਨੁੱਖੀ ਐਕਟੀਵਿਟੀਜ਼ ਕਾਰਨ ਦੁਨੀਆ ਦੀ 3/4 ਧਰਤੀ ਵਿੱਚ ਤਬਦੀਲੀ ਆ ਰਹੀ ਹੈ, ਜਿਸ ਦੇ ਨਤੀਜੇ ਵਜੋਂ ਇਸ ਸਦੀ ਵਿੱਚ 10 ਲੱਖ ਪ੍ਰਜਾਤੀਆਂ ਦੇ ਵਿਨਾਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਤੇ ਕੁਦਰਤੀ ਆਵਾਸ ਦੇ ਨੁਕਸਾਨ ਨੇ ਜੈਵ ਵਿਭਿੰਨਤਾ ਨੂੰ ਕਾਫੀ ਨੁਕਸਾਨ ਪਹੁੰਚਾਇਆ। ਸਾਲ 2019 ਵਿੱਚ ਇੱਕ ਅੰਦਾਜ਼ੇ ਅੰਦਰ ਚੇਤਾਵਨੀ ਦਿੱਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿੱਚ 10 ਲੱਖ ਪੌਦਿਆਂ ਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਖਤਮ ਹੋ ਜਾਣਗੀਆਂ। ਇਹ ਨੁਕਸਾਨ ਦੀ ਦਰ ਉਮੀਦ ਨਾਲੋਂ 1000 ਗੁਣਾ ਵੱਧ ਹੈ। ਕਾਨਫਰੰਸ ਵਿੱਚ ਕਾਫੀ ਗੱਲਾਂ ਨੂੰ ਲੈ ਕੇ ਜ਼ਿਕਰ ਕੀਤਾ ਗਿਆ, ਜਿੱਥੇ ਅਲੱਗ-ਅਲੱਗ ਦੇਸ਼ਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਹਵਾਈ ਸਫ਼ਰ ਕਰਨਾ ਇੱਕ ਵਾਰ ਫਿਰ ਤੋਂ ਮਹਿੰਗਾ ਹੋਇਆ ਹੈ, ਜਿੱਥੇ ਟੋਰਾਂਟੋ ਤੇ ਵੈਨਕੂਵਰ ਦਾ ਸਫ਼ਰ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਦੇ ਕੇ ਕਰਨਾ ਪਵੇਗਾ। ਰਾਉਂਡ ਟ੍ਰਿਪ ਦੇ ਬਾਰੇ ਦੱਸਿਆ ਗਿਆ, ਜਿੱਥੇ ਪਤਾ ਚੱਲਿਆ ਹੈ ਕਿ ਮੌਜੂਦਾ ਸਮੇਂ ਫਲਾਈਟ ਦੀਆਂ ਟਿਕਟਾਂ ਕੀ ਕਰ ਦਿੱਤੀਆਂ ਗਈਆਂ ਨੇ। ਜਿੱਥੇ ਮੌਸਮ ਦੀ ਮਾਰ ਕਰਕੇ ਸਫ਼ਰ ਕਰਨਾ ਹੋਇਆ ਮੁਸ਼ਕਿਲ, ਉੱਥੇ ਹੀ ਹੁਣ ਇੱਕ ਹੋਰ ਚੁਣੌਤੀ ਦਾ ਯਾਤਰੀਆਂ ਨੂੰ ਕਰਨਾ ਪਏਗਾ ਸਾਹਮਣਾ। ਜੀ ਹਾਂ, ਆਮ ਤੌਰ ਉੱਤੇ ਵੈਨਕੂਵਰ ਤੋਂ ਟੋਰਾਂਟੋ ਜਾਂ ਕੋਈ ਹੋਰ ਫਲਾਈਟ ਦੀ ਕੀਮਤ ਸਾਲ ਦੇ ਕਿਸੇ ਵੀ ਸਮੇਂ ਲਗਭਗ $100 ਹੋ ਸਕਦੀ ਹੈ ਤੇ ਦਸੰਬਰ ਵਿੱਚ ਲਗਭਗ $600 ਦੇ ਨੇੜੇ ਵੱਧ ਸਕਦੀ ਹੈ। ਇਸ ਲਈ ਜਦੋਂ ਹੁਣ ਉਪਲਬਧ ਟਿਕਟਾਂ ਦੀ ਕੀਮਤ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਟਿਕਟਾਂ ਇਸ ਸਮੇਂ $9,000 ਤੋਂ ਵੀ ਵੱਧ ਦੀਆਂ ਮਿਲ ਰਹੀਆਂ ਨੇ ਟੋਰਾਂਟੋ ਤੋਂ ਵੈਨਕੂਵਰ ਰਾਉਂਡ ਟ੍ਰਿਪ ਦੀਆਂ। ਟਿਕਟਾਂ ਐਕਸਪੀਡੀਆ, ਗੂਗਲ ਫਲਾਈਟਸ ਅਤੇ ਸਕਾਈ ਸਕੈਨਰ ਉੱਤੇ ਵੀ ਵੇਚੀਆਂ ਜਾਂਦੀਆਂ ਹਨ, ਜੋ ਰਵਾਨਗੀ ਅਤੇ ਵਾਪਸੀ ਦੇ ਦਿਨ ਦੇ ਆਧਾਰ ਉੱਤੇ $3,500 ਤੋਂ $8,000 ਤੱਕ ਹੁੰਦੀਆਂ ਹਨ। ਵੈਨਕੂਵਰ ਤੋਂ ਟੋਰਾਂਟੋ ਵਾਪਸ ਆਉਣ ਲਈ ਸਭ ਤੋਂ ਮਹਿੰਗੇ ਦਿਨ ਨਵੇਂ ਸਾਲ ਦੀ ਸ਼ਾਮ ਅਤੇ ਜਨਵਰੀ ਦੇ ਜ਼ਿਆਦਾਤਰ ਦਿਨ ਨੇ। ਏਅਰ ਕੈਨੇਡਾ ਵੱਲੋਂ ਯਾਤਰੀਆਂ ਲਈ ਕੁਝ ਖਾਸ ਨਵੇਂ ਨਿਯਮ ਵੀ ਲਾਏ ਗਏ ਨੇ, ਜਿੱਥੇ ਕਿ ਨਵੀਂ ਸਦਭਾਵਨਾ ਨੀਤੀ ਗ੍ਰਾਹਕਾਂ ਨੂੰ 21 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਖਰੀਦੀਆਂ ਟਿਕਟਾਂ ਉੱਤੇ ਆਨਲਾਈਨ ਰਿਫੰਡ ਰੱਦ ਕਰਨ ਅਤੇ ਪੂਰੀ ਰਿਫੰਡ ਦਾ ਵਾਊਚਰ ਪ੍ਰਾਪਤ ਕਰਨ ਲਈ ਦਿੰਦੀ ਹੈ। ਤੇ ਨਾਲ ਹੀ ਏਅਰ ਕੈਨੇਡਾ ਵਿੰਟਰ ਸਟਾਰਮ ਦੇ ਕਾਰਨ ਵੈਨਕੂਵਰ, ਟੋਰਾਂਟੋ, ਮੌਂਟਰੀਅਲ ਅਤੇ ਓਟਾਵਾ ਵਿੱਚ ਗ੍ਰਾਹਕਾਂ ਨੂੰ ਮੁਫਤ ਯਾਤਰਾ ਪ੍ਰੋਗਰਾਮ ਵਿੱਚ ਤਬਦੀਲੀਆਂ ਦੀ ਵੀ ਆਗਿਆ ਦੇ ਰਹੀ ਹੈ। ਬਰਫੀਲੇ ਤੂਫਾਨ ਦਾ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਕਈ ਉਡਾਨਾਂ ਅੱਗੇ ਡੀਲੇ ਕੀਤੀਆਂ ਗਈਆਂ ਨੇ। ਮੌਸਮ ਦੇ ਇਹਨਾਂ ਹਾਲਾਤਾਂ ਦੇ ਬਾਰੇ ਲਗਾਤਾਰ ਅਧਿਕਾਰੀਆਂ ਵੱਲੋਂ ਵੀ ਸਮੇਂ-ਸਮੇਂ ਤੇ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਕੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬਰਫੀਲੇ ਤੂਫਾਨ ਦਾ ਕਹਿਰ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹੁਣ ਕਈ ਉਡਾਨਾਂ ਵੀ ਇਸ ਮੌਸਮ ਦੇ ਕਾਰਨ ਰੱਦ ਕਰਨੀਆਂ ਪੈ ਗਈਆਂ। ਜਾਣਕਾਰੀ ਮੁਤਾਬਕ ਬਰਫੀਲੇ ਤੂਫਾਨ ਕਾਰਨ ਵੈਸਟਜੈਟ ਨੇ ਬ੍ਰਿਟਿਸ਼ ਕੋਲੰਬੀਆ ਤੇ ਓਨਟਾਰੀਓ ਤੋਂ ਆਪਣੀਆਂ ਉਡਾਨਾਂ ਰੱਦ ਕਰ ਦਿੱਤੀਆਂ। ਬ੍ਰਿਟਿਸ਼ ਕੋਲੰਬੀਆ ਵਿੱਚ 126 ਅਤੇ ਓਨਟਾਰੀਓ ਤੇ ਕਿਊਬੈਕ ਵਿੱਚ 140 ਉਡਾਨਾਂ ਨੂੰ ਰੱਦ ਕੀਤਾ ਗਿਆ। ਇਸ ਬਾਰੇ ਵੈਸਟਜੈਟ 에ਅਰਲਾਈਨਸ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਹੌਲੀਡੇ ਵੀਕਐਂਡ ਤੇ ਅੰਦਾਜ਼ੇ ਲਗਾਏ ਗਏ ਸੀ ਕਿ ਜ਼ਬਰਦਸਤ ਬਰਫੀਲਾ ਤੂਫਾਨ ਆ ਸਕਦਾ ਹੈ, ਜਿਸ ਦੇ ਮੱਦੇਨਜ਼ਰ ਬ੍ਰਿਟਿਸ਼ ਕੋਲੰਬੀਆ ਤੇ ਓਨਟਾਰੀਓ ਤੋਂ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ 5 ਏਅਰਪੋਰਟਾਂ ਤੇ 126 ਉਡਾਨਾਂ ਅਤੇ ਓਨਟਾਰੀਓ ਤੇ ਕਿਊਬੈਕ ਦੇ 5 ਏਅਰਪੋਰਟਾਂ ਤੇ 140 ਉਡਾਨਾਂ ਰੱਦ ਹੋਣਗੀਆਂ। ਵੈਸਟਜੈਟ ਦੇ ਚੀਫ ਦਾ ਕਹਿਣਾ ਹੈ ਕਿ ਅਸੀਂ ਇਸ ਲਗਾਤਾਰ ਵਿਘਨ ਵਾਸਤੇ ਦਿਲੋਂ ਮੁਆਫੀ ਮੰਗਦੇ ਹਾਂ ਤੇ ਉਨ੍ਹਾਂ ਵੱਲੋਂ ਸੰਯਮ ਬਣਾ ਕੇ ਰੱਖਣ ਦੀ ਗੱਲ ਕਹੀ ਗਈ ਹੈ। ਦੱਸ ਦਈਏ ਕਿ ਵੈਨਕੂਵਰ ਏਅਰਪੋਰਟ ਤੋਂ ਵੈਸਟਜੈਟ ਵੱਲੋਂ ਰਾਤ 11:50 ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਤੱਕ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਇਸੇ ਤਰ੍ਹਾਂ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ ਤੱਕ ਵੈਸਟਜੈਟ ਦੀਆਂ ਸਾਰੀਆਂ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਨੇ। ਓਨਟਾਰੀਓ ਵਿੱਚ ਬਰਫੀਲੇ ਤੂਫਾਨ ਦਾ ਅੰਦਾਜ਼ਾ ਲਗਾਇਆ ਗਿਆ।
ਜਿਸ ਬਾਰੇ ਇਨਵਾਇਰਨਮੈਂਟ ਕੈਨੇਡਾ ਨੇ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ। ਦੱਸਣਯੋਗ ਹੈ ਕਿ ਹਵਾਈ ਸੇਵਾਵਾਂ ਵਿੱਚ ਇਸ ਸਮੇਂ ਵਿਘਨ ਆ ਰਿਹਾ ਹੈ, ਜਿਸ ਨਾਲ ਓਨਟਾਰੀਓ ਤੇ ਕਿਊਬੈਕ ਦੇ ਹੋਰ 에ਅਰਪੋਰਟ ਵੀ ਪ੍ਰਭਾਵਿਤ ਹੋਣਗੇ, ਜਿਨ੍ਹਾਂ ਵਿੱਚ ਓਟਵਾ ਇੰਟਰਨੈਸ਼ਨਲ 에ਅਰਪੋਰਟ, ਲੰਡਨ ਇੰਟਰਨੈਸ਼ਨਲ 에ਅਰਪੋਰਟ, ਰੀਜਨ ਆਫ ਵਾਟਰਲੂ ਇੰਟਰਨੈਸ਼ਨਲ 에ਅਰਪੋਰਟ, ਮੌਂਟਰੀਅਲ ਪੀਅਰ ਐਲੀਅਟ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਸ਼ਾਮਿਲ ਹਨ। ਏਅਰਲਾਈਨ ਨੇ ਕਿਹਾ ਕਿ ਫਲਾਈਟਾਂ ਰੱਦ ਕਰਨ ਦਾ ਫੈਸਲਾ 에ਅਰਪੋਰਟ ਅਥਾਰਟੀ ਅਤੇ ਨੇਵ ਕੈਨੇਡਾ ਨਾਲ ਸਲਾਹ ਕਰਨ ਤੋਂ ਬਾਅਦ ਲਿਆ ਗਿਆ ਹੈ। ਏਅਰਲਾਈਨ ਮੁਤਾਬਕ ਸਾਰੇ ਯਾਤਰੀਆਂ ਨੂੰ ਇਸ ਬਾਰੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ਦੇ ਉੱਪਰ ਯਾਤਰੀਆਂ ਨੂੰ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜੇਕਰ ਸਫ਼ਰ ਕਰਨਾ ਚਾਹੁੰਦੇ ਨੇ ਤਾਂ ਉਹ ਪਹਿਲਾਂ ਹੀ ਆਪਣੀ ਉਡਾਨਾਂ ਦੀ ਸਾਰੀ ਜਾਣਕਾਰੀ ਵੈਬਸਾਈਟ ਤੋਂ ਹਾਸਲ ਕਰ ਲੈਣ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਕੌਣ ਨਹੀਂ ਖਰੀਦ ਸਕਣਗੇ ਘਰ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਰ ਖਰੀਦਣ ਦੇ ਵਿੱਚ ਮਿਲੀ ਛੋਟ। ਕੈਨੇਡਾ ਵਾਸਤੇ ਈ-ਵੀਜ਼ਾ ਬਹਾਲ, ਹੁਣ ਭਾਰਤ ਆਉਣਾ ਹੋਇਆ ਸੌਖਾ। 4 ਮਿਲੀਅਨ ਤੋਂ ਵੱਧ ਫਾਈਲਾਂ ਤੇ IRCC ਵੱਲੋਂ ਫੈਸਲਾ, TR ਦੀਆਂ ਫਾਈਲਾਂ ਤੇ ਵੀ ਲੱਗੀ ਮੋਹਰ। 8 ਲੜਕੀਆਂ ਵੱਲੋਂ ਵਿਅਕਤੀ ਦਾ ਕਤਲ, ਪੁਲਿਸ ਨੇ ਕੀਤੀ ਕਾਰਵਾਈ, ਲਗਾਏ ਚਾਰਜ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮਨਿੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।